ਹੈਲੋ ਪਿਆਰੇ ਬੱਚਿਓ, ਵੈਲਕਮ ਟੂ ਦਾ YouTube ਚੈਨਲ ਲਰਨ ਵਿਦ ਹਰਵਿੰਦਰ ਸਰ। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 5th ਇੰਗਲਿਸ਼ ਦਾ ਲੈਸਨ ਨੰਬਰ 6, ਜਿਸ ਦਾ ਨਾਮ ਹੈ ਬੈਂਕ ਆਰ ਨੀਡ, ਬੈਂਕ ਸਾਡੀ ਜ਼ਰੂਰਤ। ਪਿਆਰੇ ਬੱਚਿਓ, ਇਸ ਵੀਡੀਓ ਵਿੱਚ ਪਹਿਲਾਂ ਅਸੀਂ ਇਸ ਚੈਪਟਰ ਨੂੰ ਪੜਾਂਗੇ, ਸਮਝਾਂਗੇ ਤੇ ਇਸ ਤੋਂ ਬਾਅਦ ਇਸ ਦੇ ਪ੍ਰਸ਼ਨ ਉੱਤਰ ਅਤੇ ਬੈਕ ਐਕਸਰਸਾਈਜ਼ ਕਰਾਂਗੇ। ਪਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸੰਦੇਸ਼, ਜੇ ਅਜੇ ਤੱਕ ਆਪ ਸਾਰਿਆਂ ਨੇ YouTube ਚੈਨਲ ਲਰਨ ਵਿਦ ਹਰਵਿੰਦਰ ਸਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਨਵੀਆਂ ਵੀਡੀਓਜ਼ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕਣ। ਆਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਸਿੱਖਾਂਗੇ ਨਵੇਂ ਸ਼ਬਦ। ਪਹਿਲਾ ਸ਼ਬਦ ਹੈ ਬੈਂਕ, ਦੂਜਾ ਸ਼ਬਦ ਹੈ ਪੋਸੀਬਲ। ਪੋਸੀਬਲ ਦਾ ਅਰਥ ਹੁੰਦਾ ਹੈ ਸੰਭਵ। ਅਗਲਾ ਸ਼ਬਦ ਵਿਡਰਾਅ, ਜਿਸ ਦਾ ਅਰਥ ਹੁੰਦਾ ਹੈ ਕਢਵਾਉਣਾ। ਐਕਸਟਰਾ, ਜਿਸ ਦਾ ਅਰਥ ਹੈ ਵਾਧੂ। ਕਿਊਰੀਅਸ, ਉਤਸੁਕ। ਲੈਂਡ, ਜਿਸ ਦਾ ਅਰਥ ਹੈ ਉਧਾਰ ਦੇਣਾ। ਡਿਪੋਜ਼ਿਟ, ਜਮ੍ਹਾਂ ਕਰਾਉਣਾ। ਚੈੱਕ ਬੁੱਕ। ਤੇ ਕੀ ਹੁੰਦਾ ਕਿ ਜਦੋਂ ਅਸੀਂ ਬੈਂਕ ਵਿੱਚ ਅਕਾਊਂਟ ਖੋਲ੍ਹਦੇ ਤਾਂ ਸਾਨੂੰ ਨਾ ਚੈੱਕ ਬੁੱਕ ਮਿਲਦੀ ਹੈ, ਤੇ ਜਦੋਂ ਅਸੀਂ ਕਿਸੇ ਨੂੰ ਪੇਮੈਂਟ ਕਰਨੀ ਹੁੰਦੀ ਹੈ ਤਾਂ ਅਸੀਂ ਚੈੱਕ ਦੀ ਵਰਤੋਂ ਕਰਦੇ ਹਾਂ ਤੇ ਇੱਕ ਚੈੱਕ ਬੁੱਕ ਵਿੱਚ ਕਈ ਚੈੱਕ ਹੁੰਦੇ ਹਨ। ਤੇ ਇਸ ਵੀਡੀਓ ਦੇ ਐਂਡ ਵਿੱਚ ਅਸੀਂ ਦੇਖਾਂਗੇ ਕਿ ਚੈੱਕ ਕਿਸ ਤਰ੍ਹਾਂ ਦਾ ਹੁੰਦਾ ਤੇ ਅਸੀਂ ਚੈੱਕ ਵਿੱਚ ਕਿਸ ਤਰ੍ਹਾਂ ਲਿਖਣਾ ਹੁੰਦਾ ਹੈ। ਤੇ ਹੁਣ ਹੈ ਪ੍ਰੀ ਰੀਡਿੰਗ। ਪਾਠ ਪੜ੍ਹਨ ਤੋਂ ਪਹਿਲਾਂ, ਡੂ ਯੂਅਰ ਪੇਰੈਂਟਸ ਗੋ ਟੂ ਅ ਬੈਂਕ? ਕੀ ਤੁਹਾਡੇ ਮਾਤਾ ਪਿਤਾ ਬੈਂਕ ਜਾਂਦੇ ਹਨ? ਵਾਈ ਡੂ ਦੇ ਗੋ ਟੂ ਅ ਬੈਂਕ? ਉਹ ਬੈਂਕ ਕਿਉਂ ਜਾਂਦੇ ਹਨ? ਹੈਵ ਯੂ ਐਵਰ ਵਿਜ਼ਿਟਡ ਅ ਬੈਂਕ? ਕੀ ਤੁਸੀਂ ਕਦੇ ਬੈਂਕ ਵਿੱਚ ਗਏ ਹੋ? ਸਾਨੂੰ ਇਹਨਾਂ ਪ੍ਰਸ਼ਨਾਂ ਦੇ ਉੱਤਰ ਕਮੈਂਟ ਬਾਕਸ ਵਿੱਚ ਦਿਓ ਤੇ ਅਸੀਂ ਪਾਠ ਨੂੰ ਸ਼ੁਰੂ ਕਰਦੇ ਹਾਂ। Aman's father is going to the office. His mother asks his father to pay the electricity bill. ਅਮਨ ਦੇ ਪਿਤਾ ਜੀ ਦਫ਼ਤਰ ਜਾ ਰਹੇ ਸਨ ਤੇ ਅਮਨ ਦੇ ਮਾਤਾ ਜੀ ਨੇ ਅਮਨ ਦੇ ਪਿਤਾ ਜੀ ਨੂੰ ਇਲੈਕਟ੍ਰਿਸਿਟੀ ਬਿੱਲ, ਬਿਜਲੀ ਦਾ ਬਿੱਲ ਭਰਨ ਲਈ ਕਿਹਾ। Father, I am very busy. I have a meeting today. ਤੇ ਪਿਤਾ ਜੀ ਨੇ ਕਿਹਾ ਕਿ ਮੈਂ ਬਹੁਤ ਵਿਅਸਤ ਹਾਂ, ਮੇਰੀ ਤੇ ਅੱਜ ਮੀਟਿੰਗ ਹੈ। Mother, today is the last day to pay the bill. ਤੇ ਮਾਤਾ ਜੀ ਨੇ ਕਿਹਾ ਕਿ ਅੱਜ ਤਾਂ ਬਿੱਲ ਭਰਨ ਦੀ ਆਖਰੀ ਤਰੀਕ ਹੈ। Father, okay, I will try. ਠੀਕ ਹੈ, ਮੈਂ ਕੋਸ਼ਿਸ਼ ਕਰਦਾ ਹਾਂ। After using his mobile phone. ਫਿਰ ਪਿਤਾ ਜੀ ਨੇ ਮੋਬਾਈਲ ਫੋਨ ਯੂਜ਼ ਕੀਤਾ। I have paid the bill. ਮੈਂ ਬਿੱਲ ਭਰ ਦਿੱਤਾ, ਕਿ ਉਹਨਾਂ ਨੇ ਮੋਬਾਈਲ ਤੋਂ ਹੀ ਬਿੱਲ ਭਰ ਦਿੱਤਾ। Aman has been watching all this and is very curious to know how his father paid the bill. In the evening, he asks his father about it. ਤੇ ਅਮਨ ਇਹ ਸਭ ਕੁਝ ਦੇਖ ਰਿਹਾ ਸੀ ਤੇ ਉਹ ਜਾਣਨ ਲਈ ਬਹੁਤ ਉਤਸੁਕ ਸੀ ਕਿ ਉਸਦੇ ਪਿਤਾ ਜੀ ਨੇ ਕਿਸ ਤਰ੍ਹਾਂ ਬਿੱਲ ਪੇ ਕੀਤਾ। ਤੇ ਸ਼ਾਮੀ ਉਸਨੇ ਆਪਣੇ ਪਿਤਾ ਜੀ ਤੋਂ ਇਸ ਬਾਰੇ ਪੁੱਛਿਆ ਤੇ ਅਮਨ ਨੇ ਆਪਣੇ ਪਿਤਾ ਜੀ ਨੂੰ ਕਿਹਾ, ਪਾਪਾ, ਯੂ ਡਿਡ ਨਾਟ ਗੋ ਟੂ ਦ ਇਲੈਕਟ੍ਰਿਸਿਟੀ ਆਫਿਸ ਬਟ ਯੂ ਪੇਡ ਦ ਬਿੱਲ। ਹਾਊ ਇਜ਼ ਇਟ ਪੋਸੀਬਲ? ਪਾਪਾ, ਤੁਸੀਂ ਤਾਂ ਬਿਜਲੀ ਬੋਰਡ ਦੇ ਆਫਿਸ ਗਏ ਹੀ ਨਹੀਂ, ਪਰ ਤੁਸੀਂ ਬਿੱਲ ਪੇ ਕਰ ਦਿੱਤਾ, ਤੇ ਇਹ ਕਿਸ ਤਰ੍ਹਾਂ ਸੰਭਵ ਹੋ ਸਕਿਆ? ਫਾਦਰ, ਆਈ ਪੇਡ ਦ ਬਿੱਲ ਯੂਜ਼ਿੰਗ ਦ ਨੈਟ ਬੈਂਕਿੰਗ ਫੈਸਿਲਿਟੀ ਪ੍ਰੋਵਾਈਡਡ ਬਾय ਦ ਬੈਂਕ। ਤੇ ਪਿਤਾ ਜੀ ਨੇ ਕਿਹਾ ਕਿ ਮੈਂ ਨੈਟ ਬੈਂਕਿੰਗ ਫੈਸਿਲਿਟੀ, ਨੈਟ ਬੈਂਕਿੰਗ ਦੀ ਸੁਵਿਧਾ ਤੋਂ ਬਿੱਲ ਹੈ ਉਹ ਪੇ ਕੀਤਾ। ਅਮਨ, ਓ ਪਲੀਜ਼ ਟੈਲ ਮੀ ਸਮਥਿੰਗ ਅਬਾਊਟ ਦ ਬੈਂਕ। ਤੇ ਅਮਨ ਨੇ ਪਿਤਾ ਜੀ ਨੂੰ ਕਿਹਾ ਕਿ ਮੈਨੂੰ ਬੈਂਕ ਦੇ ਬਾਰੇ ਕੁਝ ਦੱਸੋ। ਫਾਦਰ, ਓਕੇ ਲਿਸਨ, ਅ ਬੈਂਕ ਇਜ਼ ਅ ਸੇਫ ਪਲੇਸ ਵੇਅਰ ਵੀ ਕੈਨ ਸੇਵ ਆਰ ਮਨੀ। ਇਟ ਰਿਸੀਵਸ ਮਨੀ ਫਰਮ ਦੋਜ਼ ਹੂ ਵਾਂਟ ਟੂ ਸੇਵ ਇਟ ਐਂਡ ਲੈਂਡਸ ਮਨੀ ਔਨ ਇੰਟਰਸਟ ਟੂ ਦੋਜ਼ ਹੂ ਨੀਡ ਇਟ। ਤੇ ਪਿਤਾ ਜੀ ਨੇ ਕਿਹਾ, ਠੀਕ ਹੈ, ਸੁਣੋ, ਤੇ ਬੈਂਕ ਇੱਕ ਸੁਰੱਖਿਅਤ ਸਥਾਨ ਹੈ ਜਿੱਥੇ ਅਸੀਂ ਆਪਣੇ ਪੈਸੇ ਬਚਾ ਕੇ ਰੱਖ ਸਕਦੇ ਹਾਂ। ਤੇ ਜਿਹੜੇ ਲੋਕ ਪੈਸੇ ਸੇਵ ਕਰਦੇ ਹਨ, ਪੈਸਿਆਂ ਦੀ ਬਚਤ ਕਰਦੇ ਹਨ, ਪੈਸੇ ਬਚਾਉਂਦੇ ਹਨ, ਤੇ ਉਹਨਾਂ ਦੇ ਪੈਸੇ ਉਹ ਬੈਂਕ ਵਿੱਚ ਰੱਖੇ ਜਾਂਦੇ ਹਨ। ਤੇ ਜਿਨ੍ਹਾਂ ਨੂੰ ਪੈਸੇ ਚਾਹੀਦੇ ਹੁੰਦੇ ਹਨ ਤੇ ਬੈਂਕ ਉਹਨਾਂ ਨੂੰ ਪੈਸੇ ਉਧਾਰ ਦਿੰਦਾ ਵਿਆਜ ਤੇ। ਇੰਟਰਸਟ ਦਾ ਅਰਥ ਹੁੰਦਾ ਵਿਆਜ। ਤੇ ਬੈਂਕ ਕੀ ਕਰਦਾ ਕਿ ਜੇ ਕੋਈ ਆਪਣੇ ਪੈਸੇ ਸੇਵ ਕਰਨਾ ਚਾਹੇ ਤੇ ਬੈਂਕ ਉਸਦੇ ਪੈਸੇ ਸੇਵ ਕਰ ਲੈਂਦਾ, ਤੇ ਜੇ ਕਿਸੇ ਨੂੰ ਪੈਸੇ ਚਾਹੀਦੇ ਹੁੰਦੇ ਹਨ ਤਾਂ ਬੈਂਕ ਉਸ ਨੂੰ ਪੈਸੇ ਉਧਾਰ ਦੇ ਦਿੰਦਾ, ਤੇ ਉਸ ਦੇ ਬਦਲੇ ਬੈਂਕ ਹੈ ਉਹ ਇੰਟਰਸਟ ਚਾਰਜ ਕਰਦਾ। ਮੀਨਸ ਕਿ ਕੁਝ ਪੈਸੇ ਵਿਆਜ ਦੇ ਰੂਪ ਵਿੱਚ ਲੈਂਦਾ ਤੇ ਉਸ ਨਾਲ ਬੈਂਕ ਦੀ ਇਨਕਮ ਹੁੰਦੀ ਹੈ। ਅਮਨ, ਕੈਨ ਵੀ ਗੈਟ ਆਰ ਮਨੀ ਬੈਕ? ਕੀ ਅਮਨ ਨੇ ਪੁੱਛਿਆ ਕਿ ਸਾਨੂੰ ਸਾਡੇ ਪੈਸੇ ਬੈਂਕ ਤੋਂ ਵਾਪਸ ਮਿਲ ਸਕਦੇ ਹਨ? ਫਾਦਰ, ਯੈਸ ਆਫ ਕੋਰਸ, ਹਾਂ ਬਿਲਕੁਲ। ਇਟ ਡਿਪੈਂਡਸ ਅਪਨ ਦ ਟਾਈਪ ਆਫ ਅਕਾਊਂਟ ਵੀ ਚੂਜ਼। ਫਰੋਮ ਸੇਵਿੰਗ ਅਕਾਊਂਟ ਵੀ ਕੈਨ ਵਿਦਡਰਾ ਮਨੀ ਵੈਨਐਵਰ ਵੀ ਨੀਡ। ਪਰ ਇਸ ਗੱਲ ਤੇ ਵੀ ਨਿਰਭਰ ਕਰਦਾ ਕਿ ਅਸੀਂ ਕਿਸ ਤਰ੍ਹਾਂ ਦਾ ਖਾਤਾ ਹੈ ਉਹ ਖੁਲਵਾਇਆ, ਤੇ ਬਚਤ ਖਾਤੇ ਤੋਂ ਅਸੀਂ ਜਦੋਂ ਮਰਜ਼ੀ ਪੈਸੇ ਕਢਵਾ ਸਕਦੇ ਹਾਂ। ਅਮਨ, ਵਾਈ ਸ਼ੁੱਡ ਵੀ ਡਿਪੋਜ਼ਿਟ ਮਨੀ ਇਨ ਦ ਬੈਂਕ? ਤੇ ਅਮਨ ਨੇ ਆਪਣੇ ਪਿਤਾ ਜੀ ਤੋਂ ਪੁੱਛਿਆ ਕਿ ਸਾਨੂੰ ਬੈਂਕ ਵਿੱਚ ਪੈਸੇ ਜਮ੍ਹਾਂ ਕਿਉਂ ਕਰਾਉਣੇ ਚਾਹੀਦੇ ਹਨ? ਫਾਦਰ, ਇਨ ਅ ਬੈਂਕ ਆਵਰ ਮਨੀ ਇਜ਼ ਆਲਵੇਜ਼ ਸੇਫ। ਅ ਬੈਂਕ ਆਲਸੋ ਪੇਜ਼ ਅਸ ਸਮ ਐਕਸਟਰਾ ਮਨੀ ਕਾਲਡ ਇੰਟਰਸਟ ਫॉर ਆਰ ਡਿਪੋਜ਼ਿਟ। ਤੇ ਪਿਤਾ ਜੀ ਨੇ ਕਿਹਾ ਕਿ ਬੈਂਕ ਵਿੱਚ ਸਾਡੇ ਪੈਸੇ ਸੁਰੱਖਿਅਤ ਹੁੰਦੇ ਹਨ, ਤੇ ਜੇ ਸਾਡੇ ਕੋਲ ਐਕਸਟਰਾ ਮਨੀ ਹੋਏ ਤਾਂ ਬੈਂਕ ਸਾਨੂੰ ਉਸ ਪੈਸੇ ਤੇ ਵਿਆਜ ਵੀ ਦਿੰਦਾ, ਕਿ ਜਦੋਂ ਅਸੀਂ ਬੈਂਕ ਵਿੱਚ ਪੈਸੇ ਜਮ੍ਹਾਂ ਕਰਾਉਂਦੇ ਹਾਂ ਤਾਂ ਬੈਂਕ ਸਾਨੂੰ
उस पैसे का ब्याज भी दिंदा, भी कुछ पैसे होर ऐड करके सानू दिंदा। उस तो बाद अमन पुछदा हाउ डज बैंक रिमेंबर ऑल दिस, कि बैंक नूं यह सब कुछ याद किस तरह रहिंदा। फादर एवरी बैंक हैज़ कंप्यूटर्स विच कीप all the records. Whenever we deposit or withdraw money, the employees of the bank maintain a record of all the withdrawals and deposits in the computer. ਤੇ ਪਿਤਾ ਜੀ ਨੇ ਦੱਸਿਆ ਕਿ ਹਰ ਬੈਂਕ ਵਿੱਚ ਕੰਪਿਊਟਰ ਹੁੰਦਾ ਹੈ ਜਿਸ ਵਿੱਚ ਰਿਕਾਰਡ ਮੇਨਟੇਨ ਹੁੰਦਾ ਹੈ। ਜਦੋਂ ਅਸੀਂ ਪੈਸੇ ਜਮ੍ਹਾਂ ਕਰਾਉਂਦੇ ਹਾਂ ਜਾਂ ਪੈਸੇ ਕਢਵਾਉਂਦੇ ਹਾਂ ਤਾਂ ਬੈਂਕ ਦੇ ਜਿਹੜੇ EMPLOYEES ਹੁੰਦੇ ਨੇ, ਜਿਹੜੇ ਮੁਲਾਜ਼ਮ ਹੁੰਦੇ ਨੇ, ਉਹ ਕੰਪਿਊਟਰ ਵਿੱਚ ਐਂਟਰੀ ਕਰਦੇ ਹਨ ਵਿਡਰਾਅਲਸ ਅਤੇ ਡਿਪੋਜ਼ਿਟਸ ਦੀ। ਅਮਨ ਹਾਊ ਕੈਨ ਵੀ ਵਿਡਰਾਅ ਮਨੀ, ਕਿ ਅਸੀਂ ਪੈਸੇ ਕਿਸ ਤਰ੍ਹਾਂ ਕਢਵਾ ਸਕਦੇ ਹਾਂ। Father, the bank issues us a checkbook. We can withdraw money using a check leaf, withdrawal slip or ATM card. ਤੇ ਪਿਤਾ ਜੀ ਨੇ ਦੱਸਿਆ ਕਿ ਬੈਂਕ ਹੈ ਸਾਨੂੰ ਚੈੱਕਬੁੱਕ ਇਸ਼ੂ ਕਰਦਾ ਤੇ ਅਸੀਂ ਪੈਸੇ ਚੈੱਕ ਦੇ ਰਾਹੀਂ ਵਿਡਰਾਅਲ ਸਲਿੱਪ ਭਰ ਕੇ ਜਾਂ ATM ਕਾਰਡ ਦੇ ਥਰੂ ਕਢਵਾ ਸਕਦੇ ਹਾਂ। ਅਮਨ ਪਾਪਾ what is ATM card? ATM card ਕੀ ਹੁੰਦਾ? Father, ATM card is used to withdraw money at any time, even when the bank is not working. The bank also issues a credit card with which we can transfer money to make payments, as I did in the morning. The bank provides us a locker also to keep our valuables. ਤੇ ਪਿਤਾ ਜੀ ਨੇ ਕਿਹਾ ਕਿ ਜਿਹੜਾ ATM ਕਾਰਡ ਹੁੰਦਾ ਹੈ ਉਹ ਪੈਸੇ ਕਢਵਾਉਣ ਦੇ ਕੰਮ ਆਉਂਦਾ ਤੇ ਅਸੀਂ ਕਿਸੇ ਵੀ ਸਮੇਂ ਪੈਸੇ ਕਢਵਾ ਸਕਦੇ ਹਾਂ ਜਦੋਂ ਬੈਂਕ ਹੈ ਵਰਕ ਨਹੀਂ ਕਰ ਰਿਹਾ। ਮੀਨਸ ਕਿ ਰਾਤ ਦੇ ਸਮੇਂ, ਸ਼ਾਮ ਦੇ ਸਮੇਂ ਤੇ ਛੁੱਟੀ ਵਾਲੇ ਦਿਨ ਵੀ ਅਸੀਂ ATM ਕਾਰਡ ਤੋਂ ਪੈਸੇ ਕਢਵਾ ਸਕਦੇ ਹਾਂ। ਤੇ ਬੈਂਕ ਸਾਨੂੰ ਕ੍ਰੈਡਿਟ ਕਾਰਡ ਵੀ ਇਸ਼ੂ ਕਰਦਾ ਜਿਸ ਨਾਲ ਅਸੀਂ ਪੇਮੈਂਟ ਕਰਨ ਲਈ, ਭੁਗਤਾਨ ਕਰਨ ਲਈ ਪੈਸੇ ਟ੍ਰਾਂਸਫਰ ਕਰ ਸਕਦੇ ਹਾਂ। ਜਿਸ ਤਰ੍ਹਾਂ ਮੈਂ ਸਵੇਰੇ ਕੀਤਾ ਸੀਗਾ ਕਿ ਸਵੇਰੇ ਪਿਤਾ ਜੀ ਨੇ ਬਿਜਲੀ ਦਾ ਬਿੱਲ ਭਰਿਆ ਸੀ। ਤੇ ਬੈਂਕ ਸਾਨੂੰ ਲੋਕਰ ਵੀ ਪ੍ਰੋਵਾਈਡ ਕਰਦਾ ਤੇ ਜਿਸ ਵਿੱਚ ਅਸੀਂ ਆਪਣਾ ਕੀਮਤੀ ਸਮਾਨ, ਕੀਮਤੀ ਵਸਤੂਆਂ ਰੱਖ ਸਕਦੇ ਹਾਂ। ਅਮਨ ਹਾਊ ਕੈਨ ਆਈ ਓਪਨ ਐਨ ਅਕਾਊਂਟ ਇਨ ਦਾ ਬੈਂਕ, ਤੇ ਅਮਨ ਨੇ ਆਪਣੇ ਪਿਤਾ ਜੀ ਤੋਂ ਪੁੱਛਿਆ ਕਿ ਮੈਂ ਬੈਂਕ ਵਿੱਚ ਖਾਤਾ ਕਿਸ ਤਰ੍ਹਾਂ ਖੁਲਵਾ ਸਕਦਾ ਹਾਂ। ਫਾਦਰ ਯੂ ਕੈਨ ਓਪਨ ਐਨ ਅਕਾਊਂਟ ਬਾਈ ਪ੍ਰੋਵਾਈਡਿੰਗ ਐਨ ਆਈਡੈਂਟੀਟੀ ਪ੍ਰੂਫ ਲਾਈਕ ਦਾ ਆਧਾਰ ਕਾਰਡ ਐਂਡ ਯੂਅਰ ਲੇਟੈਸਟ ਫੋਟੋਗ੍ਰਾਫ ਟੂ ਦਾ ਬੈਂਕ, ਕਿ ਤੁਸੀਂ ਅਕਾਊਂਟ ਖੁਲਵਾ ਸਕਦੇ ਹੋ ਆਪਣਾ ਕੋਈ ID ਪ੍ਰੂਫ ਦੇ ਕੇ, ਜਿਵੇਂ ਕਿ ਆਧਾਰ ਕਾਰਡ ਹੋ ਗਿਆ, ਤੇ ਆਪਣੀ ਲੇਟੈਸਟ ਫੋਟੋਗ੍ਰਾਫ ਬੈਂਕ ਨੂੰ ਦੇ ਕੇ ਆਪਣਾ ਅਕਾਊਂਟ ਉਹ ਖੁਲਵਾ ਸਕਦੇ ਹੋ, ਖਾਤਾ ਖੁਲਵਾ ਸਕਦੇ ਹੋ। ਅਮਨ ਪਾਪਾ ਬੈਂਕ ਰੀਅਲੀ ਹੈਲਪਸ ਅਸ ਅ ਲੋਟ, ਪਿਤਾ ਜੀ ਬੈਂਕ ਸਾਡੀ ਬਹੁਤ ਹੈਲਪ ਕਰਦਾ ਹੈ। ਫਾਦਰ ਯੂ ਆਰ ਐਬਸੋਲੂਟਲੀ ਰਾਈਟ ਡੀਅਰ, ਪਿਆਰੇ ਪੁੱਤਰ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਤੇ ਦੋਸਤੋ ਹੁਣ ਅਸੀਂ ਪਾਠ ਨੂੰ ਰੀਡ ਕਰ ਲਿਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਪਾਠ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਹੁਣ ਅਸੀਂ ਕਰਦੇ ਹਾਂ ਇਸ ਦੇ ਕੁਐਸਚਨ ਆਨਸਰਸ ਅਤੇ ਬੈਕ ਐਕਸਰਸਾਈਜ਼। ਫਸਟ ਕੁਐਸਚਨ ਹੈ ਵਾਟ ਇਜ਼ ਅ ਬੈਂਕ? ਬੈਂਕ ਕੀ ਹੁੰਦਾ ਜਾਂ ਬੈਂਕ ਕਿਸ ਨੂੰ ਕਹਿੰਦੇ ਹਨ? ਅ ਬੈਂਕ ਇਜ਼ ਅ ਸੇਫ ਪਲੇਸ ਵੇਅਰ ਵੀ ਕੈਨ ਸੇਵ ਆਵਰ ਮਨੀ, ਕਿ ਬੈਂਕ ਇੱਕ ਸੁਰੱਖਿਅਤ ਸਥਾਨ ਹੁੰਦਾ ਜਿਸ ਵਿੱਚ ਅਸੀਂ ਆਪਣੇ ਪੈਸੇ ਸੇਵ ਕਰਕੇ ਰੱਖ ਸਕਦੇ ਹਾਂ। ਹਾਊ ਕੈਨ ਵੀ ਵਿਡਰਾਅ ਮਨੀ ਔਨ ਅ ਹੌਲੀਡੇ, ਕਿ ਅਸੀਂ ਛੁੱਟੀ ਵਾਲੇ ਦਿਨ ਪੈਸੇ ਕਿਸ ਤਰ੍ਹਾਂ ਕਢਵਾ ਸਕਦੇ ਹਾਂ। ਵੀ ਕੈਨ ਵਿਡਰਾਅ ਮਨੀ ਔਨ ਅ ਹੌਲੀਡੇ ਥਰੂ ATM ਕਾਰਡ, ਅਸੀਂ ATM ਕਾਰਡ ਦੇ ਰਾਹੀਂ ਛੁੱਟੀ ਵਾਲੇ ਦਿਨ ਪੈਸੇ ਕਢਵਾ ਸਕਦੇ ਹਾਂ। ਵਟ ਇਜ਼ ATM ਕਾਰਡ? ATM ਕਾਰਡ ਕੀ ਹੁੰਦਾ? ATM ਕਾਰਡ ਇਜ਼ ਯੂਜ਼ਡ ਟੂ ਵਿਡਰਾਅ ਮਨੀ ਐਟ ਐਨੀ ਟਾਈਮ, ਕਿ ਕਿਸੇ ਵੀ ਸਮੇਂ ਪੈਸੇ ਕਢਵਾਉਣ ਲਈ ATM ਕਾਰਡ ਦੀ ਵਰਤੋਂ ਕੀਤੀ ਜਾਂਦੀ ਹੈ। ਵਿਚ ਥਿੰਗਸ ਕੈਨ ਬੀ ਕੈਪਟ ਇਨ ਲੋਕਰ, ਲੋਕਰ ਵਿੱਚ ਅਸੀਂ ਕਿਹੜੀ ਚੀਜ਼ਾਂ ਰੱਖ ਸਕਦੇ ਹਾਂ। ਅਵਰ ਵੈਲਿਊਏਬਲਸ ਕੈਨ ਬੀ ਕੈਪਟ ਇਨ ਅ ਲੋਕਰ, ਅਸੀਂ ਆਪਣਾ ਕੀਮਤੀ ਸਮਾਨ ਜਾਂ ਜ਼ਰੂਰੀ ਵਸਤੂਆਂ, ਕੀਮਤੀ ਵਸਤੂਆਂ ਲੋਕਰ ਵਿੱਚ ਰੱਖ ਸਕਦੇ ਹਾਂ। ਵਟ ਇਜ਼ ਨੀਡਡ ਟੂ ਓਪਨ ਐਨ ਅਕਾਊਂਟ, ਬੈਂਕ ਵਿੱਚ ਖਾਤਾ ਖੁਲਵਾਉਣ ਲਈ ਕੀ ਚਾਹੀਦਾ ਹੁੰਦਾ? ਐਨ ਆਈਡੈਂਟੀਟੀ ਪ੍ਰੂਫ ਲਾਈਕ ਦਾ ਆਧਾਰ ਕਾਰਡ ਐਂਡ ਅ ਲੇਟੈਸਟ ਫੋਟੋਗ੍ਰਾਫ ਆਰ ਨੀਡਡ ਟੂ ਓਪਨ ਐਨ ਅਕਾਊਂਟ, ਤੇ ਬੈਂਕ ਵਿੱਚ ਅਕਾਊਂਟ ਖੁਲਾਉਣ ਲਈ ਇੱਕ ID ਪ੍ਰੂਫ, ਜਿਵੇਂ ਕਿ ਆਧਾਰ ਕਾਰਡ ਇੱਕ ID ਪ੍ਰੂਫ ਹੋ ਗਿਆ, ਤੇ ਸਾਡੀ ਫੋਟੋ ਹੈ ਉਹ ਚਾਹੀਦੀ ਹੁੰਦੀ ਹੈ। ਤੇ ਇਸ ਤੋਂ ਬਾਅਦ ਹੈ ਫਿਲ ਇਨ ਦ ਬਲੈਂਕਸ ਵਿਦ ਦ ਸੁਟੇਬਲ ਵਰਡਸ ਗਿਵਨ ਇਨ ਦ ਬਾਕਸ, ਕਿ ਬਾਕਸ ਵਿੱਚ ਜਿਹੜੇ ਵਰਡਸ ਸਾਨੂੰ ਦਿੱਤੇ ਗਏ ਹਨ ਤੇ ਅਸੀਂ ਉਹਨਾਂ ਦੀ ਵਰਤੋਂ ਕਰਕੇ ਥੱਲੇ ਖਾਲੀ ਥਾਵਾਂ ਨੂੰ ਭਰਨਾ ਹੈ। A bank is a safe place to deposit our money. The extra money paid by the bank on the deposits is called interest. Interest ਦਾ ਅਰਥ ਹੁੰਦਾ ਵਿਆਜ। Passbook is issued by the bank. Aman's father has paid the electricity bill by using net banking facility. Bank lends money to the needy people. We can purchase things by using credit cards too. ਇਸ ਤੋਂ ਬਾਅਦ ਟਰੂ ਜਾਂ ਫਾਲਸ, ਜੇ ਸਟੇਟਮੈਂਟ ਠੀਕ ਹੋਏਗੀ ਤਾਂ ਅਸੀਂ T ਲਿਖਣਾ ਤੇ ਜੇ ਗਲਤ ਹੋਏਗੀ ਤਾਂ ਅਸੀਂ F ਲਿਖਣਾ। ਬੈਂਕ ਕੀਪਸ ਆਰ ਮਨੀ ਸੇਫ, ਤੇ ਇਹ ਟਰੂ ਹੈ ਕਿ ਬੈਂਕ ਵਿੱਚ ਸਾਡਾ ਪੈਸਾ ਸੁਰੱਖਿਅਤ ਰਹਿੰਦਾ ਹੈ। ATM ਕਾਰਡ ਕੈਨੋਟ ਬੀ ਯੂਜ਼ਡ ਔਨ ਅ ਹੌਲੀਡੇ, ਕਿ ਇਹ ਫਾਲਸ ਹੈ ਕਿਉਂਕਿ ਹੌਲੀਡੇ ਵਾਲੇ ਦਿਨ, ਛੁੱਟੀ ਵਾਲੇ ਦਿਨ ਵੀ ਅਸੀਂ ATM ਕਾਰਡ ਦੀ ਵਰਤੋਂ ਕਰ ਸਕਦੇ ਹਾਂ, ਤੇ ਇਹ ਫਾਲਸ ਹੈ। ਵੀ ਕੈਨ ਯੂਜ਼ ਚੈਕਸ ਫॉर ਮੇਕਿੰਗ ਪੇਮੈਂਟਸ, ਕਿ ਅਸੀਂ ਚੈੱਕ ਦੇ ਰਾਹੀਂ ਵੀ ਪੇਮੈਂਟ ਕਰ ਸਕਦੇ ਹਾਂ, ਤੇ ਇਹ ਟਰੂ ਹੈ।
ਪਾਸਬੁੱਕ ਕੀਪਸ ਰਿਕਾਰਡ ਆਫ ਟ੍ਰਾਂਜੈਕਸ਼ਨਸ, ਤੇ ਬਿਲਕੁਲ ਠੀਕ ਹੈ ਕਿਉਂਕਿ ਪਾਸਬੁੱਕ ਵਿੱਚ ਅਸੀਂ ਟ੍ਰਾਂਜੈਕਸ਼ਨਸ ਦਾ ਲੈਣ ਦੇਣ ਦਾ ਜਿਹੜਾ ਰਿਕਾਰਡ ਹੈ ਉਹ ਰਹਿੰਦਾ। ਵੀ ਕੈਨੋਟ ਟੇਕ ਪਰਸਨਲ ਲੋਕਰ ਇਨ ਦ ਬੈਂਕ, ਤੇ ਆ ਫਾਲਸ ਹੈ ਕਿਉਂਕਿ ਅਸੀਂ ਬੈਂਕ ਵਿੱਚ ਪਰਸਨਲ ਲੋਕਰ ਵੀ ਲੈ ਸਕਦੇ ਹਾਂ। ਇਸ ਤੋਂ ਬਾਅਦ ਹੈ ਹੂ ਸੈਡ ਦ ਫੋਲੋਇੰਗ, ਇਹ ਸ਼ਬਦ ਕਿਸਨੇ ਕਹੇ? ਆਈ ਐਮ ਵੈਰੀ ਬਿਜ਼ੀ ਟੂਡੇ, ਤੇ ਇਹ ਸ਼ਬਦ ਕਹੇ ਸੀਗੇ ਅਮਨਸ ਫਾਦਰ ਨੇ। ਟੂਡੇ ਇਜ਼ ਦ ਲਾਸਟ ਡੇਟ, ਤੇ ਇਹ ਕਿਹਾ ਸੀ ਅਮਨਸ ਮਦਰ ਨੇ। ਓ ਵਟ ਇਜ਼ ਨੈਟ ਬੈਂਕਿੰਗ ਫੈਸਿਲਿਟੀ, ਤੇ ਇਹ ਕਿਹਾ ਸੀ ਅਮਨ ਨੇ। ਹਾਊ ਕੈਨ ਵੀ ਵਿਡਰਾ ਮਨੀ, ਤੇ ਇਹ ਵੀ ਕਿਹਾ ਸੀ ਅਮਨ ਨੇ। ਤੇ ਹੁਣ ਹੈ ਵੋਕੈਬਲਰੀ ਸ਼ਬਦਾਵਲੀ। ਲੇਬਲ ਦ ਫੋਲੋਇੰਗ ਪਿਕਚਰ ਬਾਈ ਯੂਜ਼ਿੰਗ ਦ ਗਿਵਨ ਵਰਡਸ, ਤੇ ਹੁਣ ਸਾਨੂੰ ਵਰਡਸ ਦਿੱਤੇ ਗਏ ਹਨ ਤੇ ਅਸੀਂ ਪਿਕਚਰ ਵਿੱਚ ਇਹ ਲਿਖਣਾ ਕਿ ਉਹ ਕਿਹੜਾ ਪਾਰਟ ਹੈ ਕੰਪਿਊਟਰ ਦਾ, ਜਿਵੇਂ ਕਿ ਕੈਮਰਾ, CPU, ਮਾਊਸ, ਕੀਬੋਰਡ ਅਤੇ ਮੋਨੀਟਰ। ਤੇ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਪਾਰਟਸ ਲਿਖੇ ਹੋਏ ਆ ਰਹੇ ਹਨ ਤੇ ਆਪ ਸਾਰੇ ਵਿਦਿਆਰਥੀ ਆਪਣੀ ਆਪਣੀ ਬੁੱਕਸ ਵਿੱਚ, ਪੁਸਤਕਾਂ ਵਿੱਚ ਲਿਖ ਸਕਦੇ ਹੋ। ਇਸ ਤੋਂ ਬਾਅਦ ਲੈਟਸ ਲਰਨ ਦਾ ਵਰਡਸ ਰਿਲੇਟਡ ਟੂ ਬੈਂਕ, ਕਿ ਬੈਂਕ ਨਾਲ ਸੰਬੰਧਿਤ ਸ਼ਬਦ ਹੈ ਅਸੀਂ ਸਿੱਖਦੇ ਹਾਂ। ਪਾਸਬੁੱਕ, ਵਿਡਰੋਲ ਦਾ ਅਰਥ ਹੁੰਦਾ ਕਢਵਾਉਣਾ। ਕੈਸ਼ ਦਾ ਅਰਥ ਹੁੰਦਾ ਨਕਦ। ਕੰਪਿਊਟਰ, ATM ਮਸ਼ੀਨ, ਕ੍ਰੈਡਿਟ ਕਾਰਡ, ਲੋਕਰ, ਚੈੱਕ, ਤੇ ਇਹ ਸ਼ਬਦ ਅਸੀਂ ਸਿੱਖੇ ਹਨ। ਹੁਣ ਹੈ ਮੀਨਸ ਆਫ ਕਮਿਊਨੀਕੇਸ਼ਨ, ਤੇ ਹੁਣ ਅਸੀਂ ਇਸ ਨੂੰ ਕੰਪਲੀਟ ਕਰਨਾ, ਵਰਡ ਨੂੰ ਕੰਪਲੀਟ ਕਰਨਾ। ਰੇਡੀਓ, ਨਿਊਜ਼ਪੇਪਰ, ਟੈਲੀਫੋਨ, ਫੈਕਸ, ਲੈਟਰ, ਇੰਟਰਨੈਟ, ਟੈਲੀਵਿਜ਼ਨ, ਈਮੇਲ। ਹੁਣ ਅਸੀਂ ਕਰਾਂਗੇ ਲੈਂਗੁਏਜ ਕਾਰਨਰ, ਇਸ ਵਿੱਚ ਅਸੀਂ ਗ੍ਰਾਮਰ ਸਿੱਖਾਂਗੇ। ਰੀਡ ਦਾ ਫੋਲੋਇੰਗ ਸੈਂਟੈਂਸਸ। ਰਣਜੀਤ ਵਿਲ ਕਮ ਟੁਮਾਰੋ, ਸ਼ੀ ਵਿਲ ਕਾਲ ਹਿਮ ਇਨ ਦਾ ਈਵਨਿੰਗ, ਦੇ ਵਿਲ ਮੀਟ ਅਸ ਨੈਕਸਟ ਮੰਥ। ਤੇ ਇਹਨਾਂ ਸੈਂਟੈਂਸਸ ਵਿੱਚ ਹੋਣ ਵਾਲੇ ਸਮੇਂ ਦੀ ਫਿਊਚਰ ਦੀ ਗੱਲ ਕੀਤੀ ਗਈ ਹੈ। The tense that refers to the time yet to come is called simple future tense, ਤੇ simple future tense ਕੀ ਹੁੰਦਾ? ਜੋ tense ਆਉਣ ਵਾਲੇ ਸਮੇਂ ਦੀ ਗੱਲ ਕਰਦਾ ਹੈ ਤਾਂ ਉਸਨੂੰ future tense ਕਿਹਾ ਜਾਂਦਾ ਹੈ। This tense uses helping verbs will or shall and the first form of the verb, ਤੇ simple future tense ਵਿੱਚ helping verbs ਕਿਹੜੇ? will ਜਾਂ shall, ਤੇ ਫਸਟ ਫਾਰਮ ਆਫ ਦਾ ਵਰਬ ਹੈ ਉਸ ਦੀ ਵਰਤੋਂ ਕੀਤੀ ਜਾਂਦੀ ਹੈ। ਤੇ ਇਸ ਦਾ ਰੂਲ ਕੀ ਹੈ? ਆਈ ਤੇ ਵੀ ਦੇ ਨਾਲ ਲੱਗੂਗਾ ਸ਼ੈਲ, ਤੇ ਬਾਕੀਆਂ ਦੇ ਨਾਲ ਲੱਗੂਗਾ ਵਿਲ। ਐਗਜ਼ਾਮਪਲਸ ਜਿਵੇਂ ਕਿ ਆਈ ਸ਼ੈਲ ਹੈਲਪ ਯੂ, ਹੀ ਵਿਲ ਕਮ ਟੁਮਾਰੋ। ਤੇ ਇਸ ਗੱਲ ਨੂੰ ਯਾਦ ਰੱਖਣਾ ਕਿ ਆਈ ਤੇ ਵੀ ਦੇ ਨਾਲ ਸ਼ੈਲ ਦਾ ਯੂਜ਼ ਕਰਨਾ ਹੈ। ਇਸ ਤੋਂ ਬਾਅਦ ਹੈ ਰੀਰਾਈਟ ਦਾ ਫੋਲੋਇੰਗ ਸੈਂਟੈਂਸਸ ਆਫਟਰ ਚੇਂਜਿੰਗ ਇਨਟੂ ਸਿੰਪਲ ਫਿਊਚਰ ਟੈਂਸ, ਤੇ ਹੁਣ ਅਸੀਂ ਟੈਂਸ ਚੇਂਜ ਕਰਕੇ ਵਾਕ ਨੂੰ ਲਿਖਣਾ ਹੈ। ਆਈ ਪਲੇ ਕ੍ਰਿਕਟ, ਤੇ ਇਸ ਦਾ ਹੋ ਜਾਏਗਾ ਆਈ ਸ਼ੈਲ ਪਲੇ ਕ੍ਰਿਕਟ, ਕਿਉਂਕਿ ਆਈ ਦੇ ਨਾਲ ਲੱਗੂਗਾ ਸ਼ੈਲ। ਦੇ ਹੈਲਪ ਮੀ, ਦੇ ਵਿਲ ਹੈਲਪ ਮੀ। He helps me, he will help me. She sings Punjabi songs, she will sing Punjabi songs. The PN rings the bell, the PN will ring the bell. We play in the evening, we shall play in the evening. Radha makes noise in the class, Radha will make noise in the class. We water the plants in the evening, we shall water the plants in the evening. My mother bakes tasty cakes, my mother will bake tasty cakes. I buy storybooks from Jalandhar, I shall buy story books from Jalandhar. ਤੇ ਇਸ ਐਕਸਰਸਾਈਜ਼ ਨਾਲ ਸਾਨੂੰ ਵਿਲ ਅਤੇ ਸ਼ੈਲ ਦੇ ਬਾਰੇ ਪਤਾ ਲੱਗਿਆ, ਤੇ ਅਗਲੀ ਐਕਸਰਸਾਈਜ਼ ਤੋਂ ਸਾਨੂੰ ਫਸਟ ਫਾਰਮ ਆਫ ਦਾ ਵਰਬ ਦੇ ਬਾਰੇ ਵੀ ਪਤਾ ਲੱਗੂਗਾ। ਵੀ ਸ਼ੈਲ ਗੋ ਟੂ ਸਕੂਲ ਟੁਮਾਰੋ, ਤੇ ਇਸ ਵਿੱਚ ਗੋ ਆਏਗਾ ਕਿਉਂਕਿ ਗੋ ਹੈ ਫਸਟ ਫਾਰਮ ਆਫ ਦਾ ਵਰਬ। ਦ ਗਰਲਸ ਵਿਲ ਸਿੰਗ ਅ ਸੌਂਗ, ਆਈ ਸ਼ੈਲ ਹੈਲਪ ਹਿਮ, ਦੇ ਵਿਲ ਪਲੇ ਫੁੱਟਬਾਲ, ਸ਼ੀ ਵਿਲ ਕਾਲ ਯੂ। ਇਸ ਤੋਂ ਬਾਅਦ ਕੰਪਰੀਹੈਂਸ਼ਨ, ਤੇ ਅਸੀਂ ਪੈਰੇ ਨੂੰ ਪੜਾਂਗੇ ਤੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਹੈ ਉਹ ਦੇਵਾਂਗੇ, ਤੇ ਪੈਰੇ ਨੂੰ ਪੜ੍ਹਦੇ ਪੜ੍ਹਦੇ ਅਸੀਂ ਸਮਝਾਂਗੇ ਵੀ ਨਾਲ। ਹਰੀ ਵੈਂਟ ਟੂ ਦਾ ਮਾਰਕੀਟ ਵਿਦ ਹਿਜ਼ ਫਾਦਰ, ਹਰੀ ਮਾਰਕੀਟ ਗਿਆ ਆਪਣੇ ਪਿਤਾ ਜੀ ਦੇ ਨਾਲ। ਦੇ ਵੈਂਟ ਟੂ ATM, ਤੇ ਫਿਰ ਉਹ ATM ਗਏ। ਹਰੀਜ਼ ਫਾਦਰ ਪੁੱਟ ਹਿਜ਼ ਡੈਬਿਟ ਕਾਰਡ ਇਨਟੂ ਦਾ ਮਸ਼ੀਨ, ਫਿਰ ਹਰੀ ਦੇ ਪਿਤਾ ਜੀ ਨੇ ਮਸ਼ੀਨ ਵਿੱਚ ਆਪਣਾ ਡੈਬਿਟ ਕਾਰਡ ਪਾਇਆ, ATM ਕਾਰਡ ਪਾਇਆ। ਦੈਨ ਸਮ ਫਿਗਰ ਅਪੀਅਰਡ ਔਨ ਦਾ ਸਕਰੀਨ, ਤੇ ਸਕਰੀਨ ਵਿੱਚ ਕੁਝ ਫਿਗਰ ਆਈ, ਮੀਨਸ ਕਿ ਕੋਈ ਆਪਸ਼ਨਸ ਆਈਆਂ। ਹੀ ਸਿਲੈਕਟਡ ਦਾ ਕਰੈਕਟ ਆਪਸ਼ਨ ਟੂ ਵਿਡਰਾ ਮਨੀ, ਤੇ ਪਿਤਾ ਜੀ ਨੇ, ਹਰੀ ਦੇ ਪਿਤਾ ਜੀ ਨੇ ਠੀਕ ਆਪਸ਼ਨ ਨੂੰ ਚੁਣਿਆ ਕਿਉਂਕਿ ਉਹ ਪੈਸੇ ਕਢਵਾਉਣਾ ਚਾਹੁੰਦੇ ਸਨ। ਦ ATM ਮਸ਼ੀਨ ਆਸਕਡ ਫॉर ਹਿਜ਼ ਪਿਨ, ਪਿਨ ਹੁੰਦਾ ਪਰਸਨਲ ਆਈਡੈਂਟੀਫਿਕੇਸ਼ਨ ਨੰਬਰ, ਤੇ ਜਦੋਂ ਤੱਕ ਤੁਸੀਂ ਪਿਨ ਨੰਬਰ ਨਹੀਂ ਐਂਟਰ ਕਰੋਗੇ, ਉਹ ਵੀ ਕਰੈਕਟ ਪਿਨ ਨੰਬਰ, ਉਦੋਂ ਤੱਕ ਪੈਸੇ ਨਹੀਂ ਨਿਕਲਣਗੇ। ਤੇ ਮਸ਼ੀਨ ਨੇ ਪਿਨ ਬਾਰੇ ਪੁੱਛਿਆ। ਹੀ ਐਂਟਰਡ ਹਿਜ਼ ਪਿਨ, ਫਿਰ ਪਿਤਾ ਜੀ ਨੇ ਪਿਨ ਨੰਬਰ ਐਂਟਰ ਕੀਤਾ। ਦੈਨ ਸਮ ਆਪਸ਼ਨਸ ਅਪੀਅਰਡ ਔਨ ਦਾ ਸਕਰੀਨ, ਤੇ ਫਿਰ ਸਕਰੀਨ ਵਿੱਚ ਕੁਝ ਆਪਸ਼ਨਸ ਆਈਆਂ। ਤੇ ਕਿਹੜੀਆਂ ਆਪਸ਼ਨਸ ਆਉਂਦੀਆਂ ਹਨ ਵੀ ਤੁਸੀਂ ਕਿੰਨੇ ਪੈਸੇ ਕਢਵਾੜੇ ਹਨ, ਤੇ ਇਸ ਤਰ੍ਹਾਂ ਦੀ ਆਪਸ਼ਨਸ ਹੈ ਉਹ ਆਉਂਦੀਆਂ ਹਨ। ਹੀ ਸਿਲੈਕਟਡ ਦਾ ਰਿਕੁਆਇਰਡ ਆਪਸ਼ਨ, ਫਿਰ ਉਹਨਾਂ ਨੇ ਆਪਸ਼ਨ ਨੂੰ ਸਿਲੈਕਟ ਕੀਤਾ। ਮਨੀ ਪੌਪਡ ਆਊਟ ਆਫ ਦਾ ਮਸ਼ੀਨ, ਫਿਰ ਮਸ਼ੀਨ ਤੋਂ ਪੈਸੇ ਬਾਹਰ ਆਏ। ਹਿਜ਼ ਫਾਦਰ ਕਾਊਂਟਡ ਦਾ ਮਨੀ, ਫਿਰ ਹਰੀ ਦੇ ਪਿਤਾ ਜੀ ਨੇ ਪੈਸੇ ਗਿਣੇ।
हरी वॉज सरप्राइज टू सी दिस। हरी यह देख के बहुत हैरान होया। दैन दे वेंट टू द मार्केट टू बाय स्वीट्स एंड क्लोथ्स। ਤੇ ਫਿਰ ਉਹ ਮਾਰਕੀਟ ਵਿੱਚ ਮਿਠਾਈ ਅਤੇ ਕੱਪੜੇ ਲੈਣ ਗਏ। ਤੇ ਹੁਣ ਅਸੀਂ ਇਸ ਪੈਰੇ ਨੂੰ ਪੜ੍ਹ ਵੀ ਲਿਆ ਤੇ ਸਮਝ ਵੀ ਲਿਆ ਤੇ ਹੁਣ ਅਸੀਂ ਕਰਾਂਗੇ ਕੁਐਸਚਨ ਆਨਸਰਸ। ਵੇਅਰ ਡਿਡ ਹਰੀ ਗੋ ਵਿਦ ਹਿਸ ਫਾਦਰ? ਤੇ ਹਰੀ ਆਪਣੇ ਪਿਤਾ ਜੀ ਨਾਲ ਕਿੱਥੇ ਗਿਆ ਸੀ? ਤੇ ਪਹਿਲੀ ਲਾਈਨ ਵਿੱਚ ਲਿਖਿਆ ਹਰੀ ਵੈਂਟ ਟੂ ਦ ਮਾਰਕੀਟ ਵਿਦ ਹਿਸ ਫਾਦਰ। ਸੈਕੰਡ ਕੁਐਸਚਨ, ਵਟ ਡਿਡ ਹਿਸ ਫਾਦਰ ਸਿਲੈਕਟ ਔਨ ਦ ਸਕਰੀਨ ਆਫ ਦ ਏਟੀਐਮ ਮਸ਼ੀਨ? ਕਿ ਉਸਦੇ ਪਿਤਾ ਜੀ ਨੇ ਏਟੀਐਮ ਮਸ਼ੀਨ ਦੀ ਸਕਰੀਨ ਵਿੱਚ ਕੀ ਸਿਲੈਕਟ ਕੀਤਾ ਸੀ? ਤੇ ਅਸੀਂ ਪੜ੍ਹਿਆ ਨਾ ਕਿ ਉਹਨਾਂ ਨੇ ਕਰੈਕਟ ਆਪਸ਼ਨ ਸਿਲੈਕਟ ਕੀਤੀ ਸੀ ਤਾਂ ਜੋ ਪੈਸੇ ਕਢਵਾ ਸਕਣ। ਤੇ ਅਸੀਂ ਲਿਖਾਂਗੇ ਹਿਸ ਫਾਦਰ ਸਿਲੈਕਟਡ ਦ ਕਰੈਕਟ ਆਪਸ਼ਨ ਟੂ ਵਿਦਡਰਾ ਮਨੀ। ਵਟ ਡਿਡ ਦੇ ਬਾਏ? ਉਹਨਾਂ ਨੇ ਕੀ ਖਰੀਦਿਆ? ਤੇ ਐਂਡ ਵਿੱਚ ਲਿਖਿਆ ਸਵੀਟਸ ਐਂਡ ਕਲੋਥਸ। ਤੇ ਉਹੀ ਅਸੀਂ ਲਿਖਾਂਗੇ ਦੇ ਬੌਟ ਸਵੀਟਸ ਐਂਡ ਕਲੋਥਸ। ਇਸ ਤੋਂ ਬਾਅਦ ਕੰਪਲੀਟ ਦਾ ਫੋਲੋਇੰਗ ਸੈਂਟੈਂਸ। ਹੀ ਐਂਟਰਡ ਹਿਸ ਪਿਨ। ਤੇ ਰਾਈਟ ਦਾ ਆਪੋਜ਼ਿਟਸ ਆਫ। ਆਪੋਜ਼ਿਟ ਹੁੰਦਾ ਵਿਰੋਧੀ ਸ਼ਬਦ। ਸਮ ਦਾ ਆਪੋਜ਼ਿਟ ਹੋ ਗਿਆ ਮੈਨੀ ਤੇ ਇਨ ਦਾ ਆਪੋਜ਼ਿਟ ਹੋ ਗਿਆ ਆਊਟ। ਇਸ ਤੋਂ ਬਾਅਦ ਹੈ ਲਿਸਨ ਸਪੀਕ ਐਂਡ ਇੰਜੋਏ ਰਿਡਲਸ। ਰਿਡਲਸ ਹੁੰਦਾ ਬੁਝਾਰਤਾਂ। ਤੇ ਇਸ ਨੂੰ ਅਸੀਂ ਇਸ ਤਰ੍ਹਾਂ ਸੋਲਵ ਕਰਨਾ ਕਿ ਪਹਿਲਾਂ ਸਾਡੇ ਅੱਗੇ ਪਿਕਚਰਸ ਦਿੱਤੀਆਂ ਗਈਆਂ ਹਨ ਤੇ ਪਿਕਚਰ ਦੇ ਰੂਪ ਵਿੱਚ ਆਨਸਰ ਹਨ ਤੇ ਥੱਲੇ ਕੁਐਸਚਨ ਪੁੱਛੇ ਗਏ ਹਨ। ਤੇ ਕੁਐਸਚਨ ਹੈ ਆਈ ਹੈਵ ਅ ਨੈਕ ਬਟ ਨਾਟ ਅ ਹੈਡ ਐਂਡ ਆਈ ਵੀਅਰ ਅ ਕੈਪ, ਹੂ ਐਮ ਆਈ? ਤੇ ਮੇਰਾ ਨੈਕ ਤੇ ਹੈਗਾ, ਮੇਰੇ ਕੋਲ ਨੈਕ ਹੈਗਾ ਪਰ ਹੈਡ ਨਹੀਂ ਹੈਗਾ ਤੇ ਮੈਂ ਕੈਪ ਵੀ ਪਾਉਂਦਾ ਤੇ ਮੈਂ ਕੀ ਹਾਂ? ਤੇ ਇਸ ਦਾ ਆਨਸਰ ਹੈ ਬੋਟਲ। ਕਿਉਂਕਿ ਬੋਟਲ ਦਾ ਨੈਕ ਹੁੰਦਾ ਤੇ ਬੋਟਲ ਦੀ ਕੈਪ ਵੀ ਹੁੰਦੀ ਹੈ। ਜਿਹੜਾ ਬੋਟਲ ਦਾ ਢੱਕਣ ਹੈ ਉਸਨੂੰ ਕੈਪ ਕਿਹਾ ਜਾਂਦਾ ਤੇ ਇਸ ਦਾ ਆਨਸਰ ਹੈ ਬੋਟਲ। ਆਈ ਐਮ 1 ਇਨ ਚਾਈਨਾ, 2 ਇਨ ਇੰਡੋਨੇਸ਼ੀਆ, 3 ਇਨ ਫਿਲੀਪੀਨਸ, ਨਨ ਇਨ ਜਾਪਾਨ, ਵਟ ਐਮ ਆਈ? ਤੇ ਮੈਂ ਚਾਈਨਾ ਵਿੱਚ 1 ਵਾਰੀ ਹਾਂ, ਇੰਡੋਨੇਸ਼ੀਆ ਵਿੱਚ 2 ਵਾਰੀ ਹਾਂ, ਫਿਲੀਪੀਨਸ ਵਿੱਚ 3 ਵਾਰੀ ਹਾਂ ਤੇ ਜਾਪਾਨ ਵਿੱਚ ਮੈਂ ਹੈਗਾ ਹੀ ਨਹੀਂ। ਤੇ ਮੈਂ ਕੀ ਹਾਂ? ਤੇ ਇਸ ਦਾ ਆਨਸਰ ਹੈ ਲੈਟਰ ਆਈ। ਤੇ ਉਸਦਾ ਵੀ ਡਾਇਗਰਾਮ ਬਣਿਆ ਹੋਇਆ ਨਾ, ਕਿਉਂਕਿ ਚਾਈਨਾ ਦੇ ਸਪੈਲਿੰਗ ਵਿੱਚ ਆਈ 1 ਵਾਰੀ ਆਉਂਦਾ, ਇੰਡੋਨੇਸ਼ੀਆ ਵਿੱਚ 2 ਵਾਰੀ, ਫਿਲੀਪੀਨਸ ਵਿੱਚ 3 ਵਾਰੀ ਤੇ ਜਾਪਾਨ ਦੇ ਸਪੈਲਿੰਗ ਵਿੱਚ ਆਈ ਆਉਂਦਾ ਹੀ ਨਹੀਂ ਹੈ। ਯੂ ਈਟ ਮੀ, ਆਈ ਐਮ ਨੀਦਰ ਪਲਾਂਟਡ ਨੋਰ ਪਲੋਡ, ਆਈ ਐਮ ਦ ਸਨ ਆਫ ਵਾਟਰ ਬਟ ਇਫ ਵਾਟਰ ਟਚਸ ਮੀ ਆਈ ਡਾਈ, ਹੂ ਐਮ ਆਈ? ਤੇ ਤੁਸੀਂ ਮੈਨੂੰ ਖਾ ਸਕਦੇ ਹੋ ਤੇ ਮੈਂ ਨਾ ਹੀ ਬੀਜਿਆ ਜਾਂਦਾ ਨਾ ਹੀ ਮੈਨੂੰ ਉਗਾਇਆ ਜਾਂਦਾ ਤੇ ਮੈਂ ਸਨ ਆਫ ਵਾਟਰ ਹਾਂ, ਪਾਣੀ ਦਾ ਪੁੱਤਰ ਹਾਂ, ਪਰ ਜੇ ਮੈਨੂੰ ਪਾਣੀ ਟੱਚ ਕਰੇ ਤਾਂ ਮੈਂ ਮਰ ਜਾਂਦਾ ਤੇ ਮੈਂ ਕੀ ਹਾਂ? ਤੇ ਇਸ ਦਾ ਉੱਤਰ ਹੈ ਸੌਲਟ। ਤੇ ਸੌਲਟ ਕਿਸ ਤਰ੍ਹਾਂ ਬਣਦਾ ਤੇ ਇਹ ਸਾਨੂੰ ਪਤਾ ਹੋਣਾ ਚਾਹੀਦਾ। ਜਦੋਂ ਸਮੁੰਦਰ ਦਾ ਪਾਣੀ ਹੁੰਦਾ ਅਸੀਂ ਧੁੱਪੇ ਰੱਖ ਦਿੰਦੇ ਹਾਂ ਤਾਂ ਜਦੋਂ ਧੁੱਪ ਵਿੱਚ ਜਿਹੜਾ ਉਸਦਾ ਵਾਟਰ ਇਵੈਪੋਰੇਟ ਹੋ ਜਾਂਦਾ ਸਮੁੰਦਰ ਦਾ ਪਾਣੀ ਤਾਂ ਜੋ ਥੱਲੇ ਬਚਦਾ ਉਹ ਹੁੰਦਾ ਸੌਲਟ। ਤੇ ਇਸ ਕਰਕੇ ਕਿਹਾ ਗਿਆ ਕਿ ਆਈ ਐਮ ਸਨ ਆਫ ਵਾਟਰ। ਪਰ ਜਦੋਂ ਪਾਣੀ ਸੌਲਟ ਨੂੰ ਟੱਚ ਕਰਦਾ ਤੇ ਫਿਰ ਕੀ ਹੁੰਦਾ ਕਿ ਜਿਹੜਾ ਸੌਲਟ ਡਿਜ਼ੋਲਵ ਹੋ ਜਾਂਦਾ, ਪਾਣੀ ਦੇ ਵਿਚਕਾਰ ਮਿਕਸ ਹੋ ਜਾਂਦਾ ਤੇ ਇਸ ਕਰਕੇ ਲਿਖਿਆ ਇਫ ਵਾਟਰ ਟਚਸ ਮੀ ਆਈ ਡਾਈ। ਅਗਲਾ, ਆਈ ਹੈਵ 3 ਆਈਜ਼ ਬਟ ਕੈਨੋਟ ਸੀ, ਹੂ ਐਮ ਆਈ? ਕਿ ਮੇਰੀਆਂ 3 ਅੱਖਾਂ ਹਨ ਪਰ ਮੈਂ ਦੇਖ ਨਹੀਂ ਸਕਦਾ ਤੇ ਮੈਂ ਕੀ ਹਾਂ? ਤੇ ਇਸ ਦਾ ਆਨਸਰ ਹੈ ਟ੍ਰੈਫਿਕ ਲਾਈਟ। ਤੇ 3 ਅੱਖਾਂ ਕਿਹੜੀਆਂ ਹਨ? 3 ਲਾਈਟਸ ਹਨ, ਰੈੱਡ, ਯੈਲੋ ਤੇ ਗ੍ਰੀਨ। ਆਨਸਰ ਹੈ ਟ੍ਰੈਫਿਕ ਲਾਈਟ। ਅਗਲਾ, ਆਈ ਐਮ ਐਨ ਇਨਸੈਕਟ, ਹਾਫ ਆਫ ਮਾਈ ਨੇਮ ਇਜ਼ ਅਨਦਰ ਇਨਸੈਕਟ, ਵਟ ਐਮ ਆਈ? ਕਿ ਮੈਂ ਕੀੜਾ ਹਾਂ ਤੇ ਜੇ ਮੇਰੇ ਨਾਂ ਦਾ ਹਾਫ ਕਰ ਦਿਓ ਤਾਂ ਉਹ ਵੀ ਇੱਕ ਇਨਸੈਕਟ ਦਾ ਨਾਮ ਬਣਦਾ ਤੇ ਮੈਂ ਕੀ ਹਾਂ? ਤੇ ਇਸ ਦਾ ਆਨਸਰ ਹੈ ਬੀਟਲ, BEETLE। ਤੇ ਜੇ ਇਸ ਦਾ ਅਸੀਂ ਹਾਫ ਕਰ ਦਈਏ ਤਾਂ ਬਣੂਗਾ ਬੀ ਤੇ ਬੀ ਵੀ ਇੱਕ ਇਨਸੈਕਟ ਹੁੰਦਾ। ਨੈਕਸਟ, ਆਈ ਐਮ ਟਾਲ ਵੈਨ ਆਈ ਐਮ ਯੰਗ ਐਂਡ ਸ਼ਾਰਟ ਵੈਨ ਓਲਡ। ਤੇ ਜਦੋਂ ਮੈਂ ਯੰਗ ਹੁੰਦਾ ਉਦੋਂ ਮੈਂ ਟਾਲ ਹੁੰਦਾ ਤੇ ਜਦੋਂ ਮੈਂ ਥੋੜਾ ਓਲਡ ਹੋ ਜਾਂਦਾ ਉਦੋਂ ਸ਼ਾਰਟ। ਤੇ ਇਸ ਦਾ ਆਨਸਰ ਹੈ ਕੈਂਡਲ, ਕਿਉਂਕਿ ਜਦੋਂ ਅਸੀਂ ਨਵੀਂ ਕੈਂਡਲ ਲੈ ਕੇ ਆਉਂਦੇ ਆ ਉਦੋਂ ਲੰਬੀ ਹੁੰਦੀ ਹੈ ਤੇ ਜਿਸ ਤਰ੍ਹਾਂ ਅਸੀਂ ਉਸਨੂੰ ਯੂਜ਼ ਕਰਦੇ ਹਾਂ, ਉਸਨੂੰ ਜਲਾਉਂਦੇ ਤਾਂ ਉਸਦੀ ਹਾਈਟ ਘੱਟ ਹੁੰਦੀ ਰਹਿੰਦੀ ਹੈ, ਉਹ ਛੋਟੀ ਹੁੰਦੀ ਰਹਿੰਦੀ ਹੈ। ਤੇ ਇਸ ਕਰਕੇ ਲਿਖਿਆ ਸ਼ਾਰਟ ਵੈਨ ਓਲਡ ਤੇ ਇਸ ਦਾ ਆਨਸਰ ਹੈ ਕੈਂਡਲ। ਅਗਲਾ ਪ੍ਰਸ਼ਨ ਹੈ, ਅਗਲੀ ਰਿਡਲ ਹੈ, ਆਈ ਹੈਵ ਹੈਂਡਸ ਬਟ ਆਈ ਕੈਨੋਟ ਕਲੈਪ, ਗੈਸ ਹੂ ਐਮ ਆਈ? ਕਿ ਮੇਰੇ ਹੱਥ ਹਨ, ਹੈਂਡਸ ਹਨ ਪਰ ਮੈਂ ਕਲੈਪ ਨਹੀਂ ਕਰ ਸਕਦਾ ਤੇ ਮੈਂ ਕੀ ਹਾਂ? ਤੇ ਇਸ ਦਾ ਆਨਸਰ ਹੈ ਕਲੌਕ। ਕਿਉਂਕਿ ਘੜੀ ਦੀ ਸੂਈਆਂ ਨੂੰ ਉਸਦੇ ਹੈਂਡਸ ਕਿਹਾ ਜਾਂਦਾ ਹੈ ਤੇ ਇਸ ਦਾ ਆਨਸਰ ਹੈ ਕਲੌਕ। ਅਗਲਾ, ਆਈ ਐਮ ਜਸਟ ਲਾਈਕ ਯੂ, ਵੇਅਰ ਐਵਰ ਯੂ ਗੋ ਆਈ ਗੋ ਵਿਦ ਯੂ, ਸਮਟਾਈਮਸ ਆਈ ਲੀਡ ਸਮਟਾਈਮਸ ਆਈ ਫੋਲੋ ਯੂ, ਹੂ ਐਮ ਆਈ? ਕਿ ਮੈਂ ਬਿਲਕੁਲ ਤੁਹਾਡੇ ਵਰਗਾ ਹਾਂ, ਜਿੱਧਰ ਵੀ ਤੁਸੀਂ ਜਾਂਦੇ ਹੋ ਮੈਂ ਤੁਹਾਡੇ ਨਾਲ ਜਾਂਦਾ ਹਾਂ। ਕਿ ਕਈ ਵਾਰੀ ਮੈਂ ਤੁਹਾਡੇ ਤੋਂ ਅੱਗੇ ਹੁੰਦਾ, ਕਈ ਵਾਰੀ ਪਿੱਛੇ ਤੇ ਮੈਂ ਕੀ ਹਾਂ? ਤੇ ਇਸ ਦਾ ਆਨਸਰ ਹੈ ਸ਼ੈਡੋ, ਪਰਛਾਵਾਂ। ਕਿਉਂਕਿ ਸਾਡਾ ਪਰਛਾਵਾਂ ਹਮੇਸ਼ਾ ਸਾਡੇ ਨਾਲ ਹੀ ਹੁੰਦਾ ਤੇ ਕਈ ਵਾਰੀ ਪਰਛਾਵਾਂ ਸਾਡੇ ਅੱਗੇ ਹੁੰਦਾ, ਕਈ ਵਾਰੀ ਪਿੱਛੇ ਹੁੰਦਾ ਤੇ ਲਾਈਟ ਤੇ ਜਾਂ ਸੂਰਜ ਦੀ ਰੋਸ਼ਨੀ ਤੇ ਜਾਂ ਲਾਈਟ ਤੇ ਡਿਪੈਂਡ ਕਰਦਾ। ਹੁਣ ਲੈਟਸ ਰੀਡ। ਤੇ ਹੁਣ ਅਸੀਂ ਇਹ ਪੜਾਂਗੇ ਵੀ ਲੈਟਰ ਸਾਇਲੈਂਟ ਹੁੰਦਾ, ਵੀ ਲੈਟਰ ਤੇ ਸ਼ਬਦ ਵਿੱਚ ਹੁੰਦਾ, ਵਰਡ ਵਿੱਚ ਲੈਟਰ ਹੁੰਦਾ ਪਰ ਉਸਦੀ ਸਾਊਂਡ ਨਹੀਂ ਹੁੰਦੀ। ਜਿਵੇਂ ਕਿ ਐਲ ਸਾਇਲੈਂਟ ਵਾਲੇ ਸ਼ਬਦ ਨੇ ਪਾਮ, ਕਾਮ, ਹਾਫ, ਕਾਫ, ਟਾਕ, ਵਾਕ, ਫੋਕ ਤੇ ਇਹਨਾਂ ਵਿੱਚ ਐਲ ਸਾਇਲੈਂਟ ਹੈ। ਤੇ ਬੀ ਸਾਇਲੈਂਟ ਵਾਲੇ ਵਰਡਸ ਕੌਮ, ਲੈਂਪ, ਬੋਮ, ਨਮ, ਥਮ, ਕਲਾਈਮ, ਲਾਈਨ। ਜੀ ਸਾਇਲੈਂਟ ਵਾਲੇ ਵਰਡਸ ਲਾਈਟ, ਫਾਈਟ, ਸਾਈਟ, ਹਾਈ, ਸਾਈਨ, ਸਾਈ, ਫੋਰਨ।
की साइलेंट वाले शब्द नाइफ, नी, निट, नो, नाइट, नॉक, नॉब। एड साइलेंट वाले एक, इको, आर, ऑनेस्ट, वाइट, वाइल, वेयर। टी साइलेंट वाले वॉच, विच, कैसल, फासन, लिसन, ऑफन, सॉफन। डब्ल्यू साइलेंट वाले टू, रॉन्ग, रैप, रैपर, राइट, राइटर, रिस्ट। ਤੇ ਇਸ ਤੋਂ ਬਾਅਦ ਰਾਈਟ ਅ ਫਿਊ ਲਾਈਨਸ ਔਨ ਮਾਈ ਸਕੂਲ ਯੂਜ਼ਿੰਗ ਦ ਗਿਵਨ ਵਰਡਸ। ਤੇ ਦਿੱਤੇ ਗਏ ਸ਼ਬਦਾਂ ਨੂੰ ਦੇਖ ਕੇ ਅਸੀਂ ਮਾਈ ਸਕੂਲ ਦੇ ਬਾਰੇ ਲਿਖਣਾ ਹੈ। ਤੇ ਇਸ ਨੂੰ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ, ਦੇयर ਆਰ 400 ਸਟੂਡੈਂਟਸ ਐਂਡ 20 ਟੀਚਰਸ ਇਨ ਮਾਈ ਸਕੂਲ। ਦੇयर ਆਰ 20 rooms and 1 office in my school. It has a big library. There is a big playground in our school and it also has a kitchen shed. ਤੇ ਇਸ ਤਰ੍ਹਾਂ ਅਸੀਂ ਦਿੱਤੇ ਗਏ ਸ਼ਬਦਾਂ ਨੂੰ ਵਰਤ ਕੇ ਯੂਜ਼ ਕਰਕੇ ਕੁਝ ਲਾਈਨਾਂ ਬਣਾ ਲਈਆਂ। ਇਸ ਤੋਂ ਬਾਅਦ ਅਰੇਂਜ ਦ ਫੋਲੋਇੰਗ ਸੈਂਟੈਂਸਿਸ ਇਨ ਅ ਪ੍ਰੋਪਰ ਸੀਕੁਐਂਸ ਕਿ ਹਾਊ ਟੂ ਵਿਦਡਰਾ ਮਨੀ ਫਰੋਮ ਅ ਬੈਂਕ, ਕਿ ਬੈਂਕ ਤੋਂ ਪੈਸੇ ਕਢਵਾਉਣ ਦੇ ਕਿਹੜੇ ਸਟੈਪਸ ਨੇ ਤੇ ਉਸ ਨੂੰ ਅਸੀਂ ਸੀਰੀਅਲ ਵਾਈਜ਼ ਅਰੇਂਜ ਕਰਨਾ ਹੈ। ਤੇ ਪਹਿਲਾ ਸਟੈਪ ਹੋਏਗਾ ਗੋ ਟੂ ਦ ਬੈਂਕ, ਪਹਿਲਾਂ ਅਸੀਂ ਬੈਂਕ ਜਾਵਾਂਗੇ। ਸੈਕੰਡ ਸਟੈਪ ਹੋਏਗਾ ਫਿਲ ਦ ਵਿਡਰੋਲ ਸਲਿੱਪ, ਅਸੀਂ ਵਿਡਰੋਲ ਸਲਿੱਪ ਫਾਰਮ ਭਰਾਂਗੇ। ਥਰਡ ਸਟੈਪ ਹੈ ਸ਼ੋ ਦ ਪਾਸਬੁੱਕ ਟੂ ਦ ਕੈਸ਼ੀਅਰ ਐਂਡ ਗਿਵ ਵਿਡਰੋਲ ਸਲਿੱਪ, ਕਿ ਪਾਸਬੁੱਕ ਦਿਖਾਵਾਂਗੇ ਅਤੇ ਕੈਸ਼ੀਅਰ ਨੂੰ ਅਸੀਂ ਵਿਡਰੋਲ ਸਲਿੱਪ ਦੇਵਾਂਗੇ, ਉਸਨੂੰ ਪਾਸਬੁੱਕ ਦਿਖਾਵਾਂਗੇ ਅਤੇ ਵਿਡਰੋਲ ਸਲਿੱਪ ਦੇਵਾਂਗੇ। ਫੋਰਥ ਸਟੈਪ ਕੀ ਹੋਏਗਾ, ਦ ਕੈਸ਼ੀਅਰ ਐਂਟਰਸ ਦ ਟ੍ਰਾਂਜੈਕਸ਼ਨ ਡਿਟੇਲਸ ਇਨਟੂ ਦ ਕੰਪਿਊਟਰ, ਅਤੇ ਕੈਸ਼ੀਅਰ ਕੰਪਿਊਟਰ ਵਿੱਚ ਡਿਟੇਲ ਹੈ ਉਹ ਐਂਟਰ ਕਰੂਗਾ। ਅਤੇ ਪੰਜਵਾਂ ਅਤੇ ਆਖਰੀ ਸਟੈਪ ਹੋਏਗਾ ਕਲੈਕਟ ਕੈਸ਼ ਫਰੋਮ ਦ ਕੈਸ਼ੀਅਰ, ਕਿ ਅਸੀਂ ਕੈਸ਼ੀਅਰ ਤੋਂ ਪੈਸੇ ਲਵਾਂਗੇ। ਵੈਲਿਊ ਆਈ ਲਰਨਡ, ਕਿ ਇਸ ਪਾਠ ਤੋਂ ਅਸੀਂ ਕੀ ਸਿੱਖਿਆ। ਬੈਂਕ ਇਜ਼ ਯੂਜ਼ਫੁਲ, ਕਿ ਬੈਂਕ ਬਹੁਤ ਲਾਭਦਾਇਕ ਹੈ। ਅਤੇ ਬੈਂਕ ਦੇ ਕੀ ਫਾਇਦੇ ਹਨ। ਟੂ ਸੇਵ ਮਨੀ, ਪੈਸੇ ਬਚਾਉਣ ਲਈ ਬੈਂਕ ਬਹੁਤ ਯੂਜ਼ਫੁਲ ਹੈ। ਟੂ ਡਿਪੋਜ਼ਿਟ ਵਿਦਡਰਾ ਮਨੀ, ਕਿ ਜਦੋਂ ਅਸੀਂ ਪੈਸੇ ਜਮ੍ਹਾਂ ਕਰਨੇ ਹੁੰਦੇ ਨੇ ਜਾਂ ਪੈਸੇ ਕਢਵਾਉਣੇ ਹੁੰਦੇ ਨੇ ਤਾਂ ਉਸ ਲਈ ਵੀ ਬੈਂਕ ਬਹੁਤ ਯੂਜ਼ਫੁਲ ਹੈ। ਟੂ ਸੇਵ ਵੈਲਿਊਏਬਲਸ, ਕੀਮਤੀ ਚੀਜ਼ਾਂ ਰੱਖਣ ਲਈ ਬੈਂਕ ਬਹੁਤ ਯੂਜ਼ਫੁਲ ਹੈ ਕਿਉਂਕਿ ਅਸੀਂ ਲੋਕਰ ਵਿੱਚ ਕੀਮਤੀ ਚੀਜ਼ਾਂ ਰੱਖ ਸਕਦੇ ਹਾਂ। ਟੂ ਲੈਂਡ ਮਨੀ, ਕਿ ਬੈਂਕ ਸਾਨੂੰ ਪੈਸੇ ਉਧਾਰ ਵੀ ਦੇ ਸਕਦਾ ਜੇ ਸਾਨੂੰ ਪੈਸਿਆਂ ਦੀ ਰਿਕੁਆਇਰਮੈਂਟ ਹੋਏ। ਇਸ ਤੋਂ ਬਾਅਦ ਐਕਟੀਵਿਟੀ ਮੇਕ ਯੂਰ ਓਨ ਪਿਗੀ ਬੈਂਕ ਯੂਜ਼ਿੰਗ ਐਨ ਐਮਟੀ ਕੰਟੇਨਰ, ਵੀ ਖਾਲੀ ਡੱਬੇ ਨੂੰ, ਖਾਲੀ ਕੰਟੇਨਰ ਨੂੰ ਲੈ ਕੇ ਤੁਸੀਂ ਆਪਣਾ ਪਿਗੀ ਬੈਂਕ ਬਣਾਓ। ਪਿਗੀ ਬੈਂਕ ਹੁੰਦਾ ਗੋਲਕ ਜਿਸ ਵਿੱਚ ਤੁਸੀਂ ਪੈਸੇ ਇਕੱਠੇ ਕਰੋ। ਡਿਵੈਲਪ ਦਾ ਹੈਬਿਟ ਆਫ ਸੇਵਿੰਗ ਮਨੀ, ਕਿ ਤੁਹਾਡੇ ਵੀ ਪੈਸੇ ਬਚਾਉਣ ਦੀ ਆਦਤ ਹੈ, ਉਹ ਤੁਹਾਨੂੰ ਵੀ ਪੈਸੇ ਬਚਾਉਣ ਦੀ ਆਦਤ ਹੈ, ਉਹ ਡਿਵੈਲਪ ਕਰਨੀ ਚਾਹੀਦੀ ਹੈ। ਤੇ ਇਸ ਤੋਂ ਬਾਅਦ ਐਕਟੀਵਿਟੀ ਟੀਚਰ ਵਿਲ ਟਰਾਈ ਟੂ ਅਰੇਂਜ ਅ ਟ੍ਰਿਪ ਟੂ ਅ ਨੀਅਰ ਬਾਏ ਬੈਂਕ ਟੂ ਪ੍ਰੋਵਾਈਡ ਪ੍ਰੈਕਟੀਕਲ ਨੌਲੇਜ ਅਬਾਊਟ ਹਾਊ ਅ ਬੈਂਕ ਵਰਕਸ, ਕਿ ਤੁਹਾਡੇ ਸਕੂਲ ਦੇ ਟੀਚਰ ਤੁਹਾਨੂੰ ਨਾਲ ਦੇ ਬੈਂਕ ਲੈ ਕੇ ਜਾਣ ਤੇ ਤਾਂ ਜੋ ਤੁਹਾਨੂੰ ਪਤਾ ਲੱਗ ਜਾਏ ਵੀ ਬੈਂਕ ਵਿੱਚ ਕੰਮ ਹੈ ਉਹ ਕਿਸ ਤਰ੍ਹਾਂ ਹੁੰਦਾ ਹੈ। ਅਗਲਾ ਟੀਚਰ ਵਿਲ ਟੀਚ ਦ ਸਟੂਡੈਂਟਸ ਹਾਊ ਟੂ ਫਿਲ ਚੈਕਸ ਐਂਡ ਵਿਡਰੋਲ ਸਲਿੱਪਸ, ਕਿ ਜਿਹੜਾ ਅਧਿਆਪਕ ਹੈ ਵਿਦਿਆਰਥੀਆਂ ਨੂੰ ਸਿਖਾਏਗਾ ਜਾਂ ਸਿਖਾਏਗੀ ਕਿ ਕਿਸ ਤਰ੍ਹਾਂ ਚੈੱਕ ਅਤੇ ਵਿਡਰੋਲ ਸਲਿੱਪ ਨੂੰ ਭਰਿਆ ਜਾਂਦਾ ਹੈ। ਅਤੇ ਆਓ ਅਸੀਂ ਸਿੱਖਦੇ ਹਾਂ। ਅਤੇ ਸਭ ਤੋਂ ਪਹਿਲਾਂ ਅਸੀਂ ਲਿਖਣੀ ਹੁੰਦੀ ਹੈ ਡੇਟ ਚੈੱਕ ਦੇ ਉੱਪਰ। ਅਤੇ ਡੇਟ ਫਾਰਮੈਟ ਕੀ ਹੁੰਦਾ, ਪਹਿਲਾਂ ਹੁੰਦੀ ਹੈ ਡੇਟ, ਫਿਰ ਮੰਥ, ਫਿਰ ਈਅਰ। ਇਸ ਤਰ੍ਹਾਂ ਅਸੀਂ ਡੇਟ ਨੂੰ ਲਿਖ ਸਕਦੇ ਹਾਂ। ਪੇ ਦੇ ਅੱਗੇ ਉਸ ਦਾ ਨਾਮ ਲਿਖਣਾ ਵੀ ਜਿਸ ਨੂੰ ਪੈਸੇ ਚਾਹੀਦੇ ਹਨ, ਕਿ ਜਿਸ ਦੇ ਨਾਂ ਚੈੱਕ ਕੱਟਿਆ ਜਾਏਗਾ। ਪੇ ਅਮਨ। ਰੁਪੀਸ ਕਿੰਨੇ ਪੈਸੇ ਚਾਹੀਦੇ ਹਨ, 2000 ਓਨਲੀ, ਅਤੇ ਅਸੀਂ ਵਰਡਸ ਵਿੱਚ ਲਿਖ ਦਾਂਗੇ 2000 ਓਨਲੀ, ਅਤੇ ਥੱਲੇ ਫਿਗਰਸ ਵਿੱਚ ਵੀ 2000। ਅਤੇ ਇੱਥੇ ਹੋ ਜਾਏਗਾ ਅਕਾਊਂਟ ਨੰਬਰ, ਜਿਵੇਂ ਅਸੀਂ ਲਿਖ ਦਿੱਤਾ 1 2 3 4 5 6 7 8। ਅਕਾਊਂਟ ਨੰਬਰ ਦਾ ਅਰਥ ਹੁੰਦਾ ਖਾਤਾ ਨੰਬਰ। ਅਤੇ ਹੁਣ ਉਸ ਤੋਂ ਬਾਅਦ ਜਿਸ ਦੇ ਨਾਂ ਦਾ ਅਕਾਊਂਟ ਹੋਏਗਾ ਅਤੇ ਉਹਨੇ ਆਪਣੇ ਸਾਈਨ ਕਰਨੇ ਆ। ਸਪੋਜ਼ ਕਿ ਅਮਨ ਦਾ ਅਕਾਊਂਟ ਹੈ ਅਤੇ ਇੱਥੇ ਅਮਨ ਨੇ ਆਪਣੇ ਸਾਈਨ ਕੀਤੇ ਹੋਏ ਹਨ। ਅਤੇ ਇਹ ਬਹੁਤ ਹੀ ਸੌਖਾ ਸੀਗਾ ਚੈੱਕ ਭਰਨਾ। ਅਤੇ ਇਸੇ ਤਰ੍ਹਾਂ ਹੀ ਅਸੀਂ ਵਿਡਰੋਲ ਸਲਿੱਪ ਹੈ ਉਹ ਭਰ ਸਕਦੇ ਹਾਂ। ਅਤੇ ਉੱਪਰ ਹੋ ਜਾਏਗਾ ਅਕਾਊਂਟ ਨੰਬਰ, ਉਸ ਤੋਂ ਬਾਅਦ ਆ ਜਾਊਗੀ ਡੇਟ, ਫਿਰ ਨੇਮ, ਅਤੇ ਸੱਜੇ ਪਾਸੇ ਅਮਾਊਂਟ ਵੀ ਕਿੰਨੇ ਪੈਸੇ ਕਢਵਾਉਣੇ ਹਨ, ਅਤੇ ਥੱਲੇ ਵਰਡਸ ਵਿੱਚ ਵੀ ਉਸ ਅਮਾਊਂਟ ਨੂੰ ਲਿਖਣਾ, ਅਤੇ ਸਭ ਤੋਂ ਥੱਲੇ ਅਖੀਰ ਵਿੱਚ ਸਾਈਨ। ਅਤੇ ਇਸ ਤੋਂ ਬਾਅਦ ਥਿੰਕ ਓਵਰ ਇਟ, ਇਸ ਬਾਰੇ ਸੋਚੋ। ਇੰਡੀਆ ਹੈਜ਼ ਦ ਹਾਈਐਸਟ ਨੰਬਰ ਆਫ ਬੈਂਕ ਬ੍ਰਾਂਚਿਸ ਇਨ ਦ ਵਰਲਡ ਓਵਰ 1.3 ਲੱਖ, ਕਿ ਭਾਰਤ ਵਿੱਚ 1,30,000 ਤੋਂ ਵੀ ਜ਼ਿਆਦਾ ਬੈਂਕ ਦੀਆਂ ਬ੍ਰਾਂਚਿਸ ਹਨ, ਬੈਂਕ ਦੀਆਂ ਸ਼ਾਖਾਵਾਂ ਹਨ।